ਬਹੁਤ ਹੀ ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਮੈਂ ਹਾਂ ਮਨਜਿੰਦਰਪਾਲ ਸਿੰਘ, ਮਾਸਟਰ ਸਮਾਜਿਕ ਸਿੱਖਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਲਬਾਣਾ, ਜ਼ਿਲ੍ਹਾ ਕਪੂਰਥਲਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਸਮਾਜਿਕ ਵਿਗਿਆਨ ਦੇ ਇੱਕ ਬਹੁਤ ਮਹੱਤਵਪੂਰਨ ਭਾਗ ਨਾਗਰਿਕ ਸ਼ਾਸਤਰ ਬਾਰੇ ਪੜ੍ਹਾਂਗੇ। ਨਾਗਰਿਕ ਸ਼ਾਸਤਰ ਦੇ ਪਾਠ 12 ਰਾਜ ਸਰਕਾਰ ਦਾ ਪਹਿਲਾ ਭਾਗ ਤੁਸੀਂ ਪਹਿਲਾਂ ਹੀ ਦੇਖ ਅਤੇ ਸਮਝ ਚੁੱਕੇ ਹੋ। ਅੱਜ ਅਸੀਂ ਰਾਜ ਸਰਕਾਰ ਦਾ ਭਾਗ 2 ਪੜ੍ਹਾਂਗੇ। ਉਸ ਦੇ ਅਧੀਨ ਸਾਡੇ ਉਪ ਵਿਸ਼ੇ ਹੋਣਗੇ ਰਾਜ ਦੀ ਕਾਰਜਪਾਲਿਕਾ। ਸੋ ਪਿਆਰੇ ਵਿਦਿਆਰਥੀਓ, ਪਹਿਲਾਂ ਵਾਂਗ ਹੀ ਤੁਸੀਂ ਅੱਜ ਵੀ ਆਪਣੇ ਕਾਪੀ ਪੈਨ ਨਾਲ ਰੱਖਣੇ ਹਨ, ਮਹੱਤਵਪੂਰਨ ਗੱਲਾਂ ਨੋਟ ਕਰਨੀਆਂ ਹਨ। ਇਸ ਤੋਂ ਇਲਾਵਾ ਆਪਣੇ ਕੈਮਰੇ ਜਾਂ ਮੋਬਾਈਲ ਦੀ ਸਹਾਇਤਾ ਦੇ ਨਾਲ ਟੀਵੀ ਤੋਂ ਫੋਟੋ ਲੈ ਕੇ ਵੀ ਤੁਸੀਂ ਰੱਖ ਸਕਦੇ ਹੋ, ਤਾਂ ਕਿ ਬਾਕੀ ਰਹਿ ਗਈਆਂ ਮਹੱਤਵਪੂਰਨ ਗੱਲਾਂ ਵੀ ਤੁਸੀਂ ਬਾਅਦ ਵਿੱਚ ਨੋਟ ਕਰ ਸਕੋ। ਸੋ ਪਿਆਰੇ ਵਿਦਿਆਰਥੀਓ, ਅਸੀਂ ਪੜ੍ਹਾਂਗੇ ਰਾਜ ਦੀ ਕਾਰਜਪਾਲਿਕਾ ਬਾਰੇ। ਰਾਜ ਦੀ ਕਾਰਜਪਾਲਿਕਾ ਵੀ ਕੇਂਦਰੀ ਕਾਰਜਪਾਲਿਕਾ ਦੇ ਨਾਲ ਹੀ ਮਿਲਦੀ ਜੁਲਦੀ ਹੈ। ਕੇਂਦਰ ਦੀ ਕਾਰਜਪਾਲਿਕਾ ਵਾਂਗ ਇਹ ਵੀ ਸੰਸਦੀ ਪ੍ਰਣਾਲੀ ਦੇ ਸਿਧਾਂਤਾਂ 'ਤੇ ਹੀ ਆਧਾਰਿਤ ਹੈ। ਰਾਜ ਵਿੱਚ ਵੀ ਕੇਂਦਰ ਵਾਂਗ ਹੀ 2 ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਕੇਂਦਰੀ ਸਰਕਾਰ ਬਾਰੇ ਪੜ੍ਹਿਆ, ਉਸ ਵਿੱਚ ਤੁਸੀਂ ਕਾਰਜਪਾਲਿਕਾ ਬਾਰੇ ਪੜ੍ਹਿਆ। ਜਿਸ ਤਰੀਕੇ ਦੇ ਨਾਲ ਕੇਂਦਰ ਦੀ ਕਾਰਜਪਾਲਿਕਾ ਕੰਮ ਕਰਦੀ ਹੈ, ਉਸੇ ਤਰੀਕੇ ਦੇ ਨਾਲ ਹੀ ਸਾਡੇ ਵੱਖ-ਵੱਖ ਰਾਜਾਂ ਦੀਆਂ ਕਾਰਜਪਾਲਿਕਾਵਾਂ ਵੀ ਕੰਮ ਕਰਦੀਆਂ ਹਨ। ਇਸ ਦੀ ਕਾਰਜਸ਼ੈਲੀ ਲਗਭਗ ਕੇਂਦਰੀ ਕਾਰਜਪਾਲਿਕਾ ਨਾਲ ਮਿਲਦੀ ਜੁਲਦੀ ਹੈ। ਕੇਂਦਰ ਦੀ ਕਾਰਜਪਾਲਿਕਾ ਵਾਂਗ ਹੀ ਸੰਸਦੀ ਪ੍ਰਣਾਲੀ ਜੋ ਹੈ, ਇਹ ਰਾਜਾਂ ਦੀ ਕਾਰਜਪਾਲਿਕਾ ਵਿੱਚ ਅਪਣਾਈ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਰਾਜ ਦੀ ਕਾਰਜਪਾਲਿਕਾ ਵੀ ਸੰਸਦੀ ਪ੍ਰਣਾਲੀ ਦੇ ਸਿਧਾਂਤਾਂ 'ਤੇ ਹੀ ਕੰਮ ਕਰਦੀ ਹੈ। ਇਸ ਵਿੱਚ ਵੀ 2 ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ, ਨਾ ਮਾਤਰ ਕਾਰਜਪਾਲਿਕਾ ਅਤੇ ਅਸਲੀ ਕਾਰਜਪਾਲਿਕਾ। ਸੋ ਪਿਆਰੇ ਬੱਚਿਓ, ਰਾਜ ਦੀ ਕਾਰਜਪਾਲਿਕਾ 2 ਤਰ੍ਹਾਂ ਦੀ ਹੁੰਦੀ ਹੈ, ਨਾ ਮਾਤਰ ਕਾਰਜਪਾਲਿਕਾ ਅਤੇ ਅਸਲੀ ਕਾਰਜਪਾਲਿਕਾ। ਇੱਥੇ ਨਾ ਮਾਤਰ ਕਾਰਜਪਾਲਿਕਾ ਵਿੱਚ ਰਾਜਾਂ ਦੇ ਰਾਜਪਾਲ ਹੁੰਦੇ ਹਨ। ਭਾਰਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਰਾਜਪਾਲ ਉਹਨਾਂ ਸੰਬੰਧਿਤ ਰਾਜਾਂ ਦੀ ਨਾ ਮਾਤਰ ਕਾਰਜਪਾਲਿਕਾ ਅਖਵਾਉਂਦੇ ਹਨ। ਜੇ ਅਸੀਂ ਗੱਲ ਕਰੀਏ ਪੰਜਾਬ ਰਾਜ ਦੀ, ਤਾਂ ਪੰਜਾਬ ਰਾਜ ਦੇ ਰਾਜਪਾਲ ਪੰਜਾਬ ਦੀ ਨਾ ਮਾਤਰ ਕਾਰਜਪਾਲਿਕਾ ਹਨ। ਹੁਣ ਗੱਲ ਕਰਦੇ ਹਾਂ ਅਸਲੀ ਕਾਰਜਪਾਲਿਕਾ ਦੀ। ਸੋ ਪਿਆਰੇ ਬੱਚਿਓ, ਜੇ ਰਾਜਪਾਲ ਨਾ ਮਾਤਰ ਕਾਰਜਪਾਲਿਕਾ ਹੈ, ਤਾਂ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਰਾਜ ਦੀ ਅਸਲੀ ਕਾਰਜਪਾਲਿਕਾ ਹਨ। ਕਹਿਣ ਦਾ ਭਾਵ ਹੈ ਕਿ ਰਾਜ ਦਾ ਅਸਲੀ ਸ਼ਾਸਨ ਪ੍ਰਬੰਧ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਚਲਾਉਂਦੇ ਹਨ, ਪਰ ਇਹ ਸ਼ਾਸਨ ਪ੍ਰਬੰਧ ਰਾਜਪਾਲ ਦੇ ਨਾਮ 'ਤੇ ਚਲਾਇਆ ਜਾਂਦਾ ਹੈ। ਪਰ ਰਾਜ ਦੀ ਅਸਲੀ ਕਾਰਜਪਾਲਿਕਾ ਦੇ ਰੂਪ ਵਿੱਚ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਕੰਮ ਕਰਦੇ ਹਨ। ਪਿਆਰੇ ਬੱਚਿਓ, ਤੁਸੀਂ ਸਮਝ ਚੁੱਕੇ ਹੋਵੋਗੇ ਨਾ ਮਾਤਰ ਕਾਰਜਪਾਲਿਕਾ ਬਾਰੇ ਅਤੇ ਅਸਲੀ ਕਾਰਜਪਾਲਿਕਾ ਬਾਰੇ। ਸੰਵਿਧਾਨ ਅਨੁਸਾਰ ਰਾਜਾਂ ਵਿੱਚ ਕਾਰਜਪਾਲਿਕਾ ਸ਼ਕਤੀਆਂ ਰਾਜਪਾਲ ਨੂੰ ਸੌਂਪੀਆਂ ਗਈਆਂ ਹਨ, ਪਰ ਰਾਜਪਾਲ ਇਹਨਾਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਹੀ ਕਰ ਸਕਦਾ ਹੈ। ਕਹਿਣ ਦਾ ਭਾਵ ਹੈ ਕਿ ਜਿਵੇਂ ਕੇਂਦਰ ਵਿੱਚ ਰਾਸ਼ਟਰਪਤੀ ਦੀ ਸਥਿਤੀ ਹੁੰਦੀ ਹੈ, ਉਸੇ ਤਰੀਕੇ ਦੇ ਨਾਲ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਦੀ ਸਥਿਤੀ ਹੁੰਦੀ ਹੈ। ਕਹਿਣ ਨੂੰ ਤਾਂ ਰਾਜਪਾਲ ਰਾਜ ਦਾ ਅਸਲੀ ਕਾਰਜਪਾਲਿਕਾ ਮੁਖੀ ਹੁੰਦਾ ਹੈ, ਪਰ ਉਹ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਸਲਾਹ ਦੇ ਨਾਲ ਹੀ ਕਰ ਸਕਦਾ ਹੈ। ਇਸੇ ਲਈ ਅਸਲੀ ਕਾਰਜਪਾਲਿਕਾ ਦਾ ਨਾਮ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਨੂੰ ਦਿੱਤਾ ਜਾਂਦਾ ਹੈ, ਅਤੇ ਨਾ ਮਾਤਰ ਕਾਰਜਪਾਲਿਕਾ ਦਾ ਨਾਮ ਰਾਜਾਂ ਦੇ ਰਾਜਪਾਲ ਨੂੰ ਦਿੱਤਾ ਜਾਂਦਾ ਹੈ। ਸੋ ਵਿਦਿਆਰਥੀਓ, ਕਾਰਜਪਾਲਿਕਾ ਮੁੱਖ ਤੌਰ 'ਤੇ ਰਾਜਪਾਲ, ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਨਾਲ ਮਿਲ ਕੇ ਬਣਦੀ ਹੈ। ਸੋ ਜੇ ਕੋਈ ਤੁਹਾਨੂੰ ਪੁੱਛੇ ਕਿ ਰਾਜ ਦੀ ਕਾਰਜਪਾਲਿਕਾ ਦੇ ਅੰਗ ਕੀ ਹਨ, ਤਾਂ ਤੁਹਾਡਾ ਜਵਾਬ ਹੋਣਾ ਚਾਹੀਦਾ ਹੈ ਰਾਜਪਾਲ, ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ। ਸੋ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਜਪਾਲ ਬਾਰੇ। ਰਾਜ ਦਾ ਸੰਵਿਧਾਨਕ ਮੁਖੀ ਰਾਜਪਾਲ ਹੁੰਦਾ ਹੈ। ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ 5 ਸਾਲਾਂ ਲਈ ਕੀਤੀ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਿ ਅਗਰ ਪੁੱਛਿਆ ਜਾਂਦਾ ਹੈ ਕਿ ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ, ਤਾਂ ਤੁਹਾਡਾ ਸਭ ਦਾ ਜਵਾਬ ਹੋਣਾ ਚਾਹੀਦਾ ਹੈ ਰਾਜਪਾਲ ਦਾ ਕਾਰਜਕਾਲ 5 ਸਾਲ ਹੁੰਦਾ ਹੈ।
पर राष्ट्रपति 5 साल तो पहला भी राजपाल नूं पदवी तो हटा सकता है। इत्थे ये गल भी बड़ी याद रखण योग है कि राष्ट्रपति किसी भी राजपाल नूं 5 साल तो वध समय लई भी उसके अहुदे ते रख सकता है। सो राजपाल दी जिहड़ी राजपाल का कार्यकाल राष्ट्रपति की खुशी तक हुंदा है। राष्ट्रपति चाहे तो राजपाल नूं 5 साल तो पहला भी हटा सकता है तो राष्ट्रपति चाहे तो उसनूं 5 साल तो वध समय लिए भी अहुदे ते रख सकता है। पर आम हालातां विच राजपाल का कार्यकाल 5 साल मन्निया जाता है। प्यारे विद्यार्थियों, राष्ट्रपति नूं यह भी अधिकार है कि वह किसी एक व्यक्ति नूं वख-वख राज्यां दा राजपाल नियुक्त कर सकता है। कहण दा भाव है किसी 2 ਜਾਂ 3 राज्यां दा इक्को ही व्यक्ति नूं राजपाल बनाया जा सकता है। हुण गल करदे हां राजपाल दी तनख्वाह दी। तां प्यारे विद्यार्थियों, राजपाल की तनख्वाह समय समय अनुसार बदलती रहती है। इस विच अक्सर सोध होंदी रहती है। जे गल करिए वर्तमान समय की, तां वर्तमान समय विच राजपाल की तनख्वाह 3,50,000 रुपए प्रति महीना है। सो प्यारे विद्यार्थियों, तुहाडी किताब दे विच पिछली तनख्वाह दिती गई है, पर सोध तो बाद जो वर्तमान तनख्वाह है अज की डेट विच वख-वख राज्यां दे राजपाल प्रति महीना 3,50,000 रुपए लैंदे हन। इस तो अलावा राजपाल नूं रहण दे लई मुफ्त राज भवन अते होर कई प्रकार दीआं सहूलतां प्राप्त होंदियां हन। सो प्यारे विद्यार्थियों, इस स्लाइड विच की याद रखना कि राज का संविधानक मुखी राजपाल हुंदा है, कार्यकाल 5 साल हुंदा है अते राजपाल की तनख्वाह 3,50,000 रुपए हुंदी है। इस तो अलावा उन्होंने कई प्रकार दीआं सहूलतां रहण दे लई निवास स्थान भी मिलता है। सो प्यारे विद्यार्थियों, इस तस्वीर विच मैं तुहानूं दिखा रहा हाँ पंजाब दा राज भवन, जो कि पंजाब दे राजपाल दे रहण वाला स्थान है। उसका रेजिडेंशियल एरिया है। किसी भी राज दे राजपाल नूं उस राज की जिम्मेदारी हुंदी है कि निवास स्थान प्रोवाइड करवाउणा। सो पंजाब दे राजपाल का यह निवास स्थान है जो चंडीगढ़ के सैक्टर 6 विच स्थित है। सो प्यारे विद्यार्थियों, ये तस्वीर देखने तो बाद हुण गल करदे हाँ कि किसी भी राज का राजपाल बनने दे लई किसी व्यक्ति दे विच की योग्यतावां होणियां चाहीदियां हन। सो प्यारे विद्यार्थियों, राजपाल बनने लई कुछ जरूरी शर्तां पूरियां करनियां बहुत जरूरी हन, तां ही कोई व्यक्ति किसी राज का राजपाल बन सकता है। सो जिक्र करते हाँ पहली शर्त का, पहली योग्यता का। कोई व्यक्ति जे किसी राज का राजपाल बनना चाहता है तो वह व्यक्ति भारत का नागरिक होना चाहिए है। सो प्यारे विद्यार्थियों, एक गल दसनी चाहता हाँ कि पंजाब जां देश की राजनीति विच कदे भी राजपाल, राष्ट्रपति, मुख मंत्री, MLA जां अजिहा कोई भी राजनीतिक पद प्राप्त करने लई योग्यतावां की गल होवे तां किसी भी प्रश्न के उत्तर विच पहली योग्यता यही हुंदी है कि वह व्यक्ति भारत का नागरिक होना चाहिए है। सो प्यारे विद्यार्थियों, किसी की भी योग्यता पेपर विच पूछी जाए, मुख मंत्री की, राष्ट्रपति की, राजपाल की जां मुख जज की, सैशन जज की, तो पहली शर्त हमेशा यही होएगी कि वह व्यक्ति भारत का नागरिक होना चाहिए है। सो गल करते हाँ दूजी शर्त की। उस व्यक्ति की उम्र 35 साल जां इस तो ज़्यादा होनी चाहिए है। कहने का भाव है कि वही व्यक्ति राजपाल बन सकता है जिसकी उम्र 35 साल जां इस तो ज़्यादा होवे। तीसरी शर्त, वो किसी लाहेवंद अहुदे ते काम ना करता होवे, भाव वो केंद्र जां राज सरकार अधीन किसी भी लाहेवंद काम ना करता होवे। उपरोक्त शर्तां नूं पूरा करने वाला व्यक्ति ही भारत देश दे किसी दे राज दा राजपाल बन सकता है। सो प्यारे विद्यार्थियों, ये तां सी राजपाल दीआं योग्यतावां। हुण गल करांगे राजपाल दीआं शक्तियां दी। इस विच सब तो पहली शक्ति जो दसी गई है राजपाल दी, वो है कार्यकारी शक्ति। राजपाल राज दा मुख कार्ज साधक हुंदा है। राज दा प्रबंध राजपाल दे नाम ते चलाया जाता है। सो कहने का भाव है कि किसी भी राज का मुख कार्ज साधक अफसर, मुख कार्ज साधक व्यक्ति उस राज का राजपाल हुंदा है ते राज का सारा शासन प्रबंध राजपाल के नाम ते ही चलाया जाता है। राज के शासन नूं चलाउण दे लई राजपाल पूर्ण तौर पर जिम्मेदार हुंदा है। राजपाल का मुख काम राज विच शांति बनाई रखना हुंदा है।
पर वो ये सारा काम मुख मंत्री ਅਤੇ मंत्री परिषद की सलाह ते ही करता है। प्यारे विद्यार्थियों, जिमें कि पहला भी दसिया कि राजपाल सिर्फ नाम मात्र कार्यपालिका है, वो अपने सारे काम मुख मंत्री ਅਤੇ मंत्री परिषद की सलाह ते करता है। राजपाल मुख मंत्री की नियुक्ति करन दा काम भी करता है। विधान सभा विच बहुमत प्राप्त पार्टी के नेता नूं राजपाल मुख मंत्री वजों नियुक्त करता है। कई बार राजपाल नूं अपनी विवेकशील शक्ति राहीं मुख मंत्री नियुक्त करन दा मौका मिलता है। प्यारे विद्यार्थियों, विवेकशील शक्ति की गल होई है तो मैं दसना चाहता हाँ, कई बार वोटां दे विच किसी भी पार्टी नूं स्पष्ट बहुमत नहीं मिलता तो राज का मुख मंत्री चुनना औखा हो जाता है। जब किसी भी पार्टी नूं बहुमत नहीं मिलता, इस समय राजपाल अपनी विवेकशील शक्ति, अपनी बुद्धि का इस्तेमाल करता है तो वो उस व्यक्ति नूं सरकार बनाउण दा सद्दा दिंदा है जिस व्यक्ति तो वो ये उम्मीद करता है कि ये व्यक्ति विधान सभा दे विच बहुमत जटा लवेगा। ये उसकी विवेकशील शक्ति हुंदी है। राजपाल बाकी मंत्रियों की नियुक्ति भी करता है, पर बाकी मंत्रियों की नियुक्ति भी वो मुख मंत्री दे सलाह ते ही करता है। हाईकोर्ट के जजां की नियुक्ति समय राष्ट्रपति उस राज के राजपाल की सलाह लैंदा है। सो प्यारे विद्यार्थियों, ये शक्तियां तुसीं पूर्ण तौर पर याद रखनियां हन, बहुत महत्वपूर्ण हैं। इस तो बाद गल करांगे राजपाल दीयां विधानक शक्तियां दी। राजपाल राज की विधानपालिका का अंग हुंदा है। राज की विधानपालिका बारे असीं पहलां भी पढ़ चुके हाँ कि राज की विधानपालिका विच विधान सभा अते विधान परिषद आंदे हन। राज की विधानपालिका का अधिवेशन, जिन्हों सैशन भी कह लईदा है, वो राजपाल बुलाउंदा है अते समाप्त भी करता है। किसी भी विधान सभा के सैशन के आरंभ दे विच राजपाल उद्घाटनी भाषण दिंदा है। किसी भी राज के राजपाल नूं यह भी अधिकार प्राप्त है कि वो उस संबंधित विधान परिषद विच 1/6 मैंबर नामजद करता है। वो ये मैंबर वख-वख खेत्रां विच प्रसिद्धि प्राप्त व्यक्तियों विचों करता है। राजपाल के हस्ताक्षर तो बाद ही कोई बिल कानून बनता है। प्यारे विद्यार्थियों, तुहानूं दस्सिया है, पहला भी पता है कि कोई भी बिल जिहड़ा विधान सभा जां जे केंद्र सरकार की गल करिए तो लोक सभा जां राज सभा विच पास हुंदा है, पर कोई बिल कानून उदों बनता है जदों राज विच उसते राजपाल साइन कर दवे अते केंद्र दे विच राष्ट्रपति साइन कर दवे। सो प्यारे विद्यार्थियों, राजपाल दे हस्ताक्षर तो बाद ही कोई बिल कानून बनता है। अगली शक्ति जो राजपाल नूं बहुत महत्वपूर्ण शक्ति प्राप्त है कि जेकर राजपाल नूं लगता है कि शासन कर रहे दल नूं बहुमत प्राप्त नहीं रहा तो उस हालत विच विधान सभा नूं कार्यकाल खत्म होने तो पहला भी समाप्त कर सकता है। सो विधानक शक्तियां तो बाद गल करांगे विवेकशील शक्तियां दी। राजपाल कई मामलों में अपनियां विवेकशील शक्तियां दी वरतों करता है। सो इस विच पहली शक्ति जिसका मैं पहला भी जिक्र कर चुका हाँ कि मुख मंत्री की नियुक्ति करते समय जदों विधान सभा विच किसी भी दल नूं प्राप्त बहुमत प्राप्त नहीं हुंदी तो राजपाल अपनी विवेकशील शक्ति की वरतों करता है। उसनूं जिस भी पार्टी तो ये लगता है कि यह पार्टी विधान सभा विच सब तो अगे है, अपना बहुमत जटाउण दा यह हक रखती है, ਤਾਂ उस पार्टी के मुखी नूं मुख मंत्री वजों नियुक्त करता है। राजपाल ये भी फैसला करता है कि की राज सरकार संविधान अनुसार चल रही है या नहीं। सो राजपाल विधान सभा उत्ते राज सरकार उत्ते पूर्ण तौर पर अपनी नज़र रखता है। राजपाल का एक होर मुख काम यह है कि वो केंद्री सरकार दियां अखां, मूँह अते बाहां दे रूप विच काम करता है। प्यारे विद्यार्थियों, इत्थे अखां, मूँह अते बाहां दे रूप विच काम करन दा मतलब यह है कि राजपाल केंद्र सरकार दे वल्लों केंद्र सरकार के नुमाइंदे वजों राज सरकार ते पूरी तरह नज़र रखता है। उस द्वारा किए जा रहे कामां बारे रिपोर्ट केंद्र सरकार नूं पहुंचाउंदा है। इस प्रकार वो केंद्री सरकार दीयां अखां, मूँह अते बाहां दे रूप विच काम करता है। राजपाल कोल ये भी शक्ति प्राप्त है
कि वह राज सरकार कोलों ਵੱਖ-ਵੱਖ विभागों बारे जानकारी लैंदा रहिंदा है। सो प्यारे विद्यार्थियों, उम्मीद है कि राजपाल बारे तुसीं चंगी तरह समझ गए होवोगे। इस तो बाद गल करांगे मुख मंत्री दी। सो मुख मंत्री किसी भी राज का एक मुख अंग हुंदा है, वही असली कार्यपालिका हुंदा है। वो तो मंत्री परिषद ही किसी राज का असली रूप विच शासन चलाउंदे हन। सो गल करदे हां मुख मंत्री दी। मुख मंत्री की सलाह के नाल ही राजपाल राज का शासन प्रबंध चलाउंदा है। विद्यार्थियों, तुहानूं पहलां भी दस चुका हाँ कि राजपाल सिर्फ नामात्र कार्यपालिका हुंदी है। राजपाल हर काम मुख मंत्री की सलाह ते ही करदा है ते मुख मंत्री की सलाह के नाल ही राज का शासन प्रबंध चलाउंदा है। मुख मंत्री अते मंत्री परिषद ही राज की असली कार्यपालिका हुंदे हन। विधान सभा विच बहुमत प्राप्त दल के नेता नूं राजपाल मुख मंत्री नियुक्त करदा है। जद भी कोई इलैक्शन हुंदी है तो जो भी पार्टी विधान सभा दे विच सब तो वध सीटां प्राप्त करके बहुमत प्राप्त करती है, उस पार्टी के नेता नूं राजपाल मुख मंत्री वजों नियुक्त करता है। इस तो बाद मुख मंत्री की सिफारिश ते राजपाल बाकी मंत्रियों नूं नियुक्त करता है। बाकी मंत्रियों की पूर्ण तौर पर सूची मुख मंत्री ही राजपाल नूं दिंदा है ते मुख मंत्री के कहे अनुसार ही राजपाल बाकी मंत्रियों नूं नियुक्त करता है। मुख मंत्री अते मंत्री परिषद अपने कारजां अते नीतियां लई विधान सभा सामने जिम्मेवार हुंदे हन। प्यारे विद्यार्थियों, ये गल तुसीं हमेशा याद रखनी है कि विधान सभा मुख मंत्री अते मंत्री परिषद कोलों उन्हां दे कम्मां अते नीतियां बारे प्रश्न पुछ सकती है, वख-वख मते पास कर सकती है, निंदा प्रस्ताव लिया सकती है, अविश्वास मता लिया सकती है। सो मुख मंत्री अते मंत्री परिषद अपने कारजां अते नीतियां लई विधान सभा सामने पूर्ण तौर ते जिम्मेदार हुंदे हन। मुख मंत्री अते मंत्री परिषद उदों तक ही अपने अहुदे ते रहिंदे हन जदों तक उन्हां नूं विधान सभा का विश्वास प्राप्त हुंदा है। सो जदों तक किसी पार्टी नूं विधान सभा दे विच बहुमत प्राप्त रहे जां विधान सभा का विश्वास प्राप्त रहे, तद तक ही कोई पार्टी सरकार के रूप विच किसी राज विच रह सकती है। सो प्यारे विद्यार्थियों, इस स्लाइड तो सानूं ये क्लीयर होया है कि असली कार्यपालिका मुख मंत्री अते मंत्री परिषद हुंदे हन। राजपाल हर काम, राजपाल पूरे राज का शासन मुख मंत्री की सलाह ते ही चलाउंदा है। बहुमत प्राप्त दल के नेता नूं मुख मंत्री वजों नियुक्त करता है। राजपाल बाकी मंत्रियों की नियुक्ति भी मुख मंत्री की सिफारिश ते ही करता है। पर यह भी याद रखना है कि मुख मंत्री अते मंत्री परिषद अपने कारजां अते नीतियां लई विधान सभा के सामने पूरी तरह जिम्मेवार हुंदे हन। मुख मंत्री अते मंत्री परिषद उदों तक ही राज कर सकते हैं, उदों तक ही शासन कर सकते हैं जदों तक कि उन्हां नूं विधान सभा विच बहुमत प्राप्त रहिंदा है जां फिर विधान सभा का विश्वास प्राप्त रहिंदा है। सो प्यारे विद्यार्थियों, हुण गल करांगे मुख मंत्री दीयां शक्तियां दी। किसी भी राज विच मुख मंत्री एक सब तो शक्तिशाली व्यक्ति हुंदा है। मुख मंत्री ही असली कार्यपालिका हुंदा है। सो किसी भी राज के शासन प्रबंध दीयां असल शक्तियां मुख मंत्री कोल ही हुंदियां हन। हुण असीं मुख मंत्री दीयां शक्तियां दा एक एक करके जिक्र करांगे। प्यारे विद्यार्थियों, अक्सर प्रीखिया विच मुख मंत्री दीयां शक्तियां जां राजपाल दीयां शक्तियां दा प्रश्न आ जांदा है। सो प्यारे विद्यार्थियों, बिल्कुल ध्यान दे नाल ये शक्तियां समझनियां हन अते नोट भी करनियां हन। सो पहली शक्ति है कि मुख मंत्री नूं मंत्री परिषद का धुरा मन्निया जाता है। इत्थे धुरे तो भाव है कि मुख मंत्री मंत्री परिषद का केंद्री बिंदु हुंदा है। सो राज की सारी सत्ता मुख मंत्री दे दुआले ही चलती है। मुख मंत्री अपनी पार्टी का सर्वश्रेष्ठ नेता, विधान सभा अते सरकार की अगवाई करने वाला मुख नेता हुंदा है। सब तो पहला विचार करते हाँ सर्वश्रेष्ठ नेता बारे।
ਕੋਈ ਵੀ ਪਾਰਟੀ ਜੋ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਕਰਦੀ ਹੈ ਉਹ ਆਪਣੇ ਸਭ ਤੋਂ ਵਧੀਆ, ਸਭ ਤੋਂ ਕਾਬਲ ਨੇਤਾ ਨੂੰ ਮੁੱਖ ਮੰਤਰੀ ਵਜੋਂ ਰਿਪਰੈਜ਼ੈਂਟ ਕਰਦੀ ਹੈ, ਮੁੱਖ ਮੰਤਰੀ ਵਜੋਂ ਨਾਮਜ਼ਦ ਕਰਦੀ ਹੈ। ਇਸ ਤੋਂ ਬਾਅਦ ਜੇ ਗੱਲ ਕਰੀਏ ਕਿ ਮੁੱਖ ਮੰਤਰੀ ਵਿਧਾਨ ਸਭਾ ਅਤੇ ਸਰਕਾਰ ਦੀ ਅਗਵਾਈ ਕਰਨ ਵਾਲਾ ਮੁੱਖ ਨੇਤਾ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਵੀ ਅਕਸਰ ਅਖਬਾਰਾਂ ਵਿੱਚ ਖਬਰਾਂ ਵਿੱਚ ਸੁਣਦੇ ਹੋਵੋਗੇ ਕਿ ਰਾਜ ਦੀਆਂ ਨੀਤੀਆਂ ਦਾ ਮੁੱਖ ਤੌਰ 'ਤੇ ਨਿਰਮਾਣ ਮੁੱਖ ਮੰਤਰੀ ਹੀ ਕਰਦਾ ਹੈ। ਉਸੇ ਦੇ ਨਾਮ 'ਤੇ ਹੀ ਲਗਭਗ ਸ਼ਾਸਨ ਪ੍ਰਬੰਧ ਦੀਆਂ ਸਾਰੀਆਂ ਨੀਤੀਆਂ ਦਾ ਐਲਾਨ ਹੁੰਦਾ ਹੈ। ਕਿਸੇ ਵੀ ਪ੍ਰਕਾਰ ਦਾ ਗ੍ਰਾਂਟ ਦਾ ਐਲਾਨ ਅਕਸਰ ਮੁੱਖ ਮੰਤਰੀ ਵਜੋਂ ਹੁੰਦਾ ਹੈ। ਕਿਸੇ ਵੀ ਨਵੇਂ ਪ੍ਰੋਜੈਕਟ ਦਾ ਐਲਾਨ ਮੁੱਖ ਤੌਰ 'ਤੇ ਮੁੱਖ ਮੰਤਰੀ ਵੱਲੋਂ ਹੁੰਦਾ ਹੈ। ਸੋ ਮੁੱਖ ਮੰਤਰੀ ਆਪਣੀ ਪਾਰਟੀ ਦਾ ਸਰਵਸ਼੍ਰੇਸ਼ਠ ਨੇਤਾ, ਵਿਧਾਨ ਸਭਾ ਅਤੇ ਸਰਕਾਰ ਦੀ ਅਗਵਾਈ ਕਰਨ ਵਾਲਾ ਮੁੱਖ ਨੇਤਾ ਹੁੰਦਾ ਹੈ। ਅਕਸਰ ਖਬਰਾਂ ਵਿੱਚ ਰਹਿਣ ਵਾਲਾ ਮੁੱਖ ਨੇਤਾ ਕਿਸੇ ਵੀ ਰਾਜ ਦਾ ਉਸ ਰਾਜ ਦਾ ਮੁੱਖ ਮੰਤਰੀ ਹੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਅਕਸਰ ਕੈਪਟਨ ਅਮਰਿੰਦਰ ਸਿੰਘ ਜੀ ਬਾਰੇ ਖਬਰਾਂ ਸੁਣਦੇ ਰਹਿੰਦੇ ਹੋ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਉਹ ਵੀ ਅਕਸਰ ਖਬਰਾਂ ਵਿੱਚ ਰਹਿੰਦੇ ਹਨ। ਸੋ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਕਿਸੇ ਵੀ ਰਾਜ, ਕਿਸੇ ਵੀ ਪਾਰਟੀ, ਵਿਧਾਨ ਸਭਾ ਜਾਂ ਸਰਕਾਰ ਦਾ ਸਰਵਸ਼੍ਰੇਸ਼ਠ ਤੇ ਅਗਵਾਈ ਕਰਨ ਵਾਲਾ ਮੁੱਖ ਨੇਤਾ ਹੁੰਦਾ ਹੈ। ਮੁੱਖ ਮੰਤਰੀ ਦੀ ਸਲਾਹ 'ਤੇ ਹੀ ਰਾਜਪਾਲ ਬਾਕੀ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ। ਮੁੱਖ ਮੰਤਰੀ ਦੀ ਨਿਯੁਕਤੀ ਹੋਣ 'ਤੇ ਮੁੱਖ ਮੰਤਰੀ ਇੱਕ ਸੂਚੀ ਆਪਣੇ ਮੰਤਰੀਆਂ ਦੀ ਰਾਜਪਾਲ ਨੂੰ ਸੌਂਪਦਾ ਹੈ। ਉਸ ਸੌਂਪੀ ਗਈ ਸੂਚੀ 'ਤੇ ਆਧਾਰ 'ਤੇ ਹੀ ਰਾਜਪਾਲ ਬਾਕੀ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ। ਇਸ ਕੰਮ ਦੇ ਵਿੱਚ ਰਾਜਪਾਲ ਦੀ ਆਪਣੀ ਕੋਈ ਮਨਮਰਜ਼ੀ ਨਹੀਂ ਹੁੰਦੀ। ਮੁੱਖ ਮੰਤਰੀ ਦੀ ਕੀਤੀ ਗਈ ਸਿਫਾਰਿਸ਼, ਮੁੱਖ ਮੰਤਰੀ ਦੀ ਕੀਤੀ ਗਈ ਸਲਾਹ 'ਤੇ ਹੀ ਰਾਜਪਾਲ ਨੂੰ ਬਾਕੀ ਮੰਤਰੀ ਨਿਯੁਕਤ ਕਰਨੇ ਪੈਂਦੇ ਹਨ। ਇੱਥੇ ਬਾਕੀ ਮੰਤਰੀਆਂ ਵਿੱਚ ਬੇਟੇ ਸਾਡੇ ਖਜ਼ਾਨਾ ਮੰਤਰੀ, ਜਿਨ੍ਹਾਂ ਨੂੰ ਅਸੀਂ ਵਿੱਤ ਮੰਤਰੀ ਵੀ ਕਹਿ ਲੈਂਦੇ ਹਾਂ, ਖੇਡ ਮੰਤਰੀ, ਸਾਡੇ ਪੜ੍ਹਾਈ ਮੰਤਰੀ, ਐਜੂਕੇਸ਼ਨ ਮਿਨਿਸਟਰ ਜੀ। ਸੋ ਵੱਖ-ਵੱਖ ਤਰ੍ਹਾਂ ਦੇ ਮੰਤਰੀਆਂ ਦੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ 'ਤੇ ਹੀ ਹੁੰਦੀ ਹੈ। ਇਸ ਤੋਂ ਬਾਅਦ ਜੋ ਇੱਕ ਮੁੱਖ ਸ਼ਕਤੀ ਮੁੱਖ ਮੰਤਰੀ ਨੂੰ ਪ੍ਰਾਪਤ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰਦਾ ਹੈ, ਜਿਹਨੂੰ ਅਕਸਰ ਅਸੀਂ ਪੋਰਟਫੋਲੀਓਜ਼ ਵੀ ਕਹਿ ਲੈਂਦੇ ਹਾਂ। ਕਹਿਣ ਦਾ ਭਾਵ ਮੰਤਰੀ ਬਣਨ ਤੋਂ ਬਾਅਦ ਮੁੱਖ ਮੰਤਰੀ ਵੱਖ-ਵੱਖ ਮੰਤਰੀਆਂ ਨੂੰ ਵੱਖ-ਵੱਖ ਅਹੁਦੇ ਦਿੰਦਾ ਹੈ। ਕਿਸੇ ਨੂੰ ਬਿਜਲੀ ਮੰਤਰੀ ਬਣਾ ਦਿੱਤਾ ਜਾਂਦਾ ਹੈ, ਕਿਸੇ ਨੂੰ ਖੇਡ ਮੰਤਰੀ ਬਣਾ ਦਿੱਤਾ ਜਾਂਦਾ ਹੈ, ਕਿਸੇ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ, ਕਿਸੇ ਨੂੰ ਖਜ਼ਾਨਾ ਮੰਤਰੀ ਬਣਾ ਦਿੱਤਾ ਜਾਂਦਾ ਹੈ, ਕੋਈ ਸਾਡਾ ਸਿੰਚਾਈ ਮੰਤਰੀ ਬਣ ਜਾਂਦਾ ਹੈ। ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਆਪਣੇ ਵੱਖ-ਵੱਖ ਮੰਤਰੀਆਂ ਨੂੰ ਵੱਖ-ਵੱਖ ਵਿਭਾਗਾਂ ਦੀ ਵੰਡ ਵੀ ਕਰਦਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੂੰ ਇੱਕ ਬਹੁਤ ਵੱਡੀ ਸ਼ਕਤੀ ਪ੍ਰਾਪਤ ਹੈ ਕਿ ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਪੁਨਰਗਠਨ ਵੀ ਕਰ ਸਕਦਾ ਹੈ। ਮੁੱਖ ਮੰਤਰੀ ਨੂੰ ਕਿਸੇ ਵੀ ਸਟੇਜ 'ਤੇ ਜਦ ਇਹ ਲੱਗਦਾ ਹੈ ਕਿ ਕੋਈ ਮੰਤਰੀ ਆਪਣੇ ਅਹੁਦੇ ਨਾਲ ਇਨਸਾਫ ਨਹੀਂ ਕਰ ਪਾ ਰਿਹਾ ਜਾਂ ਉਸ ਤੋਂ ਵੱਧ ਯੋਗ ਕੋਈ ਮੰਤਰੀ ਹੋ ਸਕਦਾ ਹੈ ਉਸ ਅਹੁਦੇ ਦੇ ਲਈ, ਤਾਂ ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਪੁਨਰਗਠਨ ਵੀ ਕਰ ਸਕਦਾ ਹੈ। ਮੰਤਰੀਆਂ ਦੀ ਗਿਣਤੀ ਵਧਾ ਸਕਦਾ ਹੈ, ਮੰਤਰੀਆਂ ਦੀ ਗਿਣਤੀ ਘਟਾ ਸਕਦਾ ਹੈ, ਮੰਤਰੀਆਂ ਦੇ ਅਹੁਦੇ ਇੱਕ ਦੂਜੇ ਨਾਲ ਵੰਡ ਸਕਦਾ ਹੈ। ਸੋ ਮੁੱਖ ਮੰਤਰੀ ਨੂੰ ਮੰਤਰੀ ਪਰਿਸ਼ਦ ਦਾ ਪੁਨਰਗਠਨ ਕਰਨ ਦਾ ਪੂਰਨ ਅਧਿਕਾਰ ਹੈ। ਇਸ ਤੋਂ ਇਲਾਵਾ ਅਗਲੀ ਸ਼ਕਤੀ ਜੋ ਮੁੱਖ ਮੰਤਰੀ ਨੂੰ ਪ੍ਰਾਪਤ ਹੈ ਉਹ ਹੈ ਕਿ ਮੁੱਖ ਮੰਤਰੀ ਮੰਤਰੀ ਪਰਿਸ਼ਦ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ। ਮੰਤਰੀ ਪਰਿਸ਼ਦ ਦੀਆਂ ਬੈਠਕਾਂ ਦੇ ਵਿੱਚ ਸੈਂਟਰਲ ਸਟੇਜ ਮੁੱਖ ਮੰਤਰੀ ਦੀ ਹੀ ਹੁੰਦੀ ਹੈ। ਸੋ ਮੰਤਰੀ ਮੰਡਲ ਦੀ ਜਦ ਵੀ ਕੋਈ ਮੀਟਿੰਗ ਹੁੰਦੀ ਹੈ ਤਾਂ ਉਸ ਦੀ ਪ੍ਰਧਾਨਗੀ ਹਮੇਸ਼ਾ ਮੁੱਖ ਮੰਤਰੀ ਕਰਦਾ ਹੈ। ਇਸ ਤੋਂ ਅਗਲੀ ਸ਼ਕਤੀ ਜੋ ਹੈ ਮੁੱਖ ਮੰਤਰੀ ਦੀ, ਮੁੱਖ ਮੰਤਰੀ ਰਾਜਪਾਲ ਦਾ ਮੁੱਖ ਸਲਾਹਕਾਰ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਰਾਜਪਾਲ ਹਰ ਕੰਮ ਦੇ ਵਿੱਚ ਰਾਜ ਵਿੱਚ ਮੁੱਖ ਮੰਤਰੀ ਤੋਂ ਸਲਾਹ ਲੈਂਦਾ ਹੈ। ਮੁੱਖ ਮੰਤਰੀ ਦੀ ਸਲਾਹ ਤੋਂ ਬਿਨਾਂ ਲਗਭਗ ਰਾਜਪਾਲ ਕੋਲ ਕੋਈ ਕੰਮ ਨਹੀਂ ਬਚਦਾ। ਬਸ ਕੁਝ ਵਿਵੇਕਸ਼ੀਲ ਸ਼ਕਤੀਆਂ ਰਾਜਪਾਲ ਕੋਲ ਹੁੰਦੀਆਂ ਹਨ। ਇਸ ਤੋਂ ਇਲਾਵਾ ਆਮ ਹਾਲਾਤਾਂ ਵਿੱਚ ਰਾਜਪਾਲ ਹਰ ਕੰਮ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕਰਦਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਰਾਜ ਦੇ ਵਿੱਚ ਹੋਣ ਵਾਲੀਆਂ ਵੱਖ-ਵੱਖ ਨਿਯੁਕਤੀਆਂ ਦੇ ਲਈ ਵੀ ਜ਼ਿੰਮੇਦਾਰ ਹੁੰਦਾ ਹੈ, ਵੱਖ-ਵੱਖ ਨਿਯੁਕਤੀਆਂ ਦਾ ਪ੍ਰਬੰਧ ਕਰਦਾ ਹੈ। ਸੋ ਮੁੱਖ ਮੰਤਰੀ ਦਾ ਕਹਿ ਸਕਦੇ ਹਾਂ ਕਿ ਕਿਸੇ ਵੀ ਰਾਜ ਦੇ ਵਿੱਚ ਮੁੱਖ ਮੰਤਰੀ ਇੱਕ ਸੈਂਟਰਲ ਸਟੇਜ ਹੁੰਦਾ ਹੈ, ਮੰਤਰੀ ਪਰਿਸ਼ਦ ਦਾ ਧੁਰਾ ਹੁੰਦਾ ਹੈ, ਆਪਣੀ ਪਾਰਟੀ ਦਾ ਸਰਵਸ਼੍ਰੇਸ਼ਠ ਨੇਤਾ ਹੁੰਦਾ ਹੈ, ਰਾਜਪਾਲ ਦਾ ਮੁੱਖ ਸਲਾਹਕਾਰ ਹੁੰਦਾ ਹੈ।
इस तो बाद मुख मंत्री ਦੀਆਂ ਸ਼ਕਤੀਆਂ ਤੋਂ ਬਾਅਦ ਗੱਲ ਕਰਾਂਗੇ ਮੰਤਰੀ ਪ੍ਰੀਸ਼ਦ ਦੀ। ਮੰਤਰੀ ਪ੍ਰੀਸ਼ਦ ਅਤੇ ਮੁੱਖ ਮੰਤਰੀ ਰਾਜ ਦੀ ਅਸਲੀ ਕਾਰਜਪਾਲਿਕਾ ਮੰਨੇ ਜਾਂਦੇ ਹਨ। ਰਾਜਪਾਲ ਆਪਣੇ ਲਗਭਗ ਸਾਰੇ ਕੰਮ ਮੰਤਰੀ ਪ੍ਰੀਸ਼ਦ ਦੀ ਸਲਾਹ ਤੇ ਹੀ ਕਰਦਾ ਹੈ। ਅਸਲ ਵਿੱਚ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਹੀ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਂਦੇ ਹਨ। ਮੰਤਰੀ ਪ੍ਰੀਸ਼ਦ ਦਾ ਕੋਈ ਨਿਸ਼ਚਿਤ ਕਾਰਜਕਾਲ ਨਹੀਂ ਹੁੰਦਾ। ਇਹ ਰਾਜਪਾਲ ਦੀ ਖੁਸ਼ੀ ਤੱਕ ਆਪਣੇ ਅਹੁਦੇ 'ਤੇ ਬਣੀ ਰਹਿੰਦੀ ਹੈ। ਮੰਤਰੀ ਪ੍ਰੀਸ਼ਦ ਦਾ ਆਕਾਰ ਵੀ ਨਿਸ਼ਚਿਤ ਨਹੀਂ ਹੁੰਦਾ। ਇਸ ਵਿੱਚ ਸਮੇਂ-ਸਮੇਂ ਅਨੁਸਾਰ ਮੁੱਖ ਮੰਤਰੀ ਪੁਨਰਗਠਨ ਕਰਕੇ ਤਬਦੀਲੀ ਕਰਦਾ ਰਹਿੰਦਾ ਹੈ। ਸੋ ਮੰਤਰੀ ਪ੍ਰੀਸ਼ਦ ਦਾ ਕੋਈ ਨਿਸ਼ਚਿਤ ਕਾਰਜਕਾਲ ਵੀ ਨਹੀਂ ਹੁੰਦਾ ਤੇ ਨਾ ਹੀ ਇਸ ਦਾ ਕੋਈ ਨਿਸ਼ਚਿਤ ਆਕਾਰ ਹੁੰਦਾ ਹੈ। ਇਹ ਮੁੱਖ ਮੰਤਰੀ ਦੀ ਇੱਛਾ ਅਤੇ ਰਾਜਨੀਤਿਕ ਹਾਲਾਤਾਂ 'ਤੇ ਨਿਰਭਰ ਕਰਦਾ ਹੈ। ਸਧਾਰਨ ਤੌਰ 'ਤੇ ਮੰਤਰੀ ਪ੍ਰੀਸ਼ਦ ਵਿੱਚ ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਸੰਸਦੀ ਸਕੱਤਰ ਹੁੰਦੇ ਹਨ। ਮੰਤਰੀ ਪ੍ਰੀਸ਼ਦ ਦੇ ਕੰਮ: ਮੰਤਰੀ ਪ੍ਰੀਸ਼ਦ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਂਦੀ ਹੈ, ਨੀਤੀਆਂ ਦਾ ਨਿਰਮਾਣ ਕਰਦੀ ਹੈ, ਕਾਨੂੰਨ ਬਣਾਉਂਦੀ ਹੈ ਅਤੇ ਪਾਸ ਕਰਦੀ ਹੈ। ਇਸੇ ਤਰੀਕੇ ਨਾਲ ਬਜਟ ਪਾਸ ਕਰਵਾਉਂਦੀ ਹੈ। ਮੰਤਰੀ ਪ੍ਰੀਸ਼ਦ ਦੀ ਸਿਫਾਰਿਸ਼ 'ਤੇ ਹੀ ਰਾਜ ਦੀਆਂ ਸਾਰੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਜੇ ਗੱਲ ਕਰੀਏ ਮੰਤਰੀ ਪ੍ਰੀਸ਼ਦ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧ ਦੀ, ਤਾਂ ਮੰਤਰੀ ਪ੍ਰੀਸ਼ਦ ਅਤੇ ਵਿਧਾਨ ਪਾਲਿਕਾ ਦਾ ਗੂੜਾ ਸੰਬੰਧ ਹੈ। ਮੰਤਰੀ ਪ੍ਰੀਸ਼ਦ ਆਪਣੇ ਹਰ ਕੰਮ ਦੇ ਲਈ ਵਿਧਾਨ ਪਾਲਿਕਾ ਦੇ ਪ੍ਰਤੀ ਜ਼ਿੰਮੇਦਾਰ ਹੁੰਦਾ ਹੈ। ਵਿਧਾਨ ਸਭਾ ਆਪਣੇ ਮੰਤਰੀ ਪ੍ਰੀਸ਼ਦ ਕੋਲੋਂ ਪ੍ਰਸ਼ਨ ਪੁੱਛ ਸਕਦੀ ਹੈ, ਨਿੰਦਾ ਪ੍ਰਸਤਾਵ ਲਿਆ ਸਕਦੀ ਹੈ। ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਵਿਧਾਨ ਸਭਾ ਤੋਂ ਮੰਤਰੀ ਪ੍ਰੀਸ਼ਦ ਨੂੰ ਹਮੇਸ਼ਾ ਪ੍ਰਵਾਨਗੀ ਲੈਣੀ ਪੈਂਦੀ ਹੈ। ਸੋ ਮੰਤਰੀ ਪ੍ਰੀਸ਼ਦ ਹਮੇਸ਼ਾ ਆਪਣੇ ਕੰਮਾਂ ਦੇ ਪ੍ਰਤੀ ਵਿਧਾਨ ਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਰਹਿੰਦੀ ਹੈ। ਇਸ ਤੋਂ ਬਾਅਦ ਪਿਆਰੇ ਵਿਦਿਆਰਥੀਓ, ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਬਹੁਤ ਮਹੱਤਵਪੂਰਨ ਗੱਲਾਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸ਼੍ਰੀ ਗੋਪੀ ਚੰਦ ਜੀ ਭਾਰਗਵ ਹਨ, ਜੋ ਪਹਿਲੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ। ਦੂਸਰੀ ਤਸਵੀਰ ਵਿੱਚ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹਨ। ਇਸ ਤੋਂ ਬਾਅਦ ਪੰਜਾਬ ਦੇ ਸਭ ਤੋਂ ਵੱਧ ਵਾਰ 4 ਵਾਰ ਮੁੱਖ ਮੰਤਰੀ ਬਣਨ ਦਾ ਮਾਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਹਾਸਲ ਹੈ। ਇਸ ਤੋਂ ਬਾਅਦ ਪੰਜਾਬ ਦੇ ਜੇ ਪਹਿਲੇ ਔਰਤ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਇਹ ਮਾਣ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਜੀ ਨੂੰ ਪ੍ਰਾਪਤ ਹੈ। ਸੋ ਪਿਆਰੇ ਵਿਦਿਆਰਥੀਓ, ਪਾਠ ਆਪਾਂ ਪੜ੍ਹ ਚੁੱਕੇ ਹਾਂ, ਹੁਣ ਦੁਹਰਾਈ ਦੀਆਂ ਕੁਝ ਗੱਲਾਂ ਕਰਦੇ ਹਾਂ। ਜੋ ਤੁਸੀਂ ਪੜ੍ਹਿਆ ਹੈ ਉਹਦੇ ਵਿੱਚੋਂ ਹੀ ਕੁਝ ਗੱਲਾਂ ਦੁਬਾਰਾ ਅਸੀਂ ਦੁਹਰਾਉਂਦੇ ਹਾਂ ਕਿ ਰਾਜ ਦੇ ਸੰਵਿਧਾਨਕ ਮੁਖੀ ਕੌਣ ਹੁੰਦੇ ਹਨ। ਤਾਂ ਪਿਆਰੇ ਵਿਦਿਆਰਥੀਓ, ਰਾਜ ਦੇ ਸੰਵਿਧਾਨਕ ਮੁਖੀ ਰਾਜਪਾਲ ਹੁੰਦੇ ਹਨ। ਰਾਜਪਾਲ ਦੇ ਜੇ ਕਾਰਜਕਾਲ ਦੀ ਗੱਲ ਕੀਤੀ ਜਾਵੇ ਤਾਂ ਪਿਆਰੇ ਵਿਦਿਆਰਥੀਓ, ਕਿਸੇ ਵੀ ਰਾਜਪਾਲ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਰਾਜਪਾਲ ਬਣਨ ਦੇ ਲਈ ਜੇ ਉਮਰ ਦੀ ਸ਼ਰਤ ਦੀ ਗੱਲ ਕੀਤੀ ਜਾਵੇ ਤਾਂ ਇਹ ਉਮਰ 35 ਸਾਲ ਜਾਂ ਇਸ ਤੋਂ ਵੱਧ ਹੁੰਦੀ ਹੈ। ਦੁਹਰਾਈ ਦੇ ਵਿੱਚ ਅਗਲਾ ਪ੍ਰਸ਼ਨ ਹੈ, ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਕਰਦਾ ਹੈ। ਰਾਜਪਾਲ ਕਿਸ ਦੀ ਸਲਾਹ 'ਤੇ ਕੰਮ ਕਰਦਾ ਹੈ। ਪਿਆਰੇ ਵਿਦਿਆਰਥੀਓ, ਵਾਰ-ਵਾਰ ਤੁਹਾਨੂੰ ਦੱਸਿਆ ਹੈ ਕਿ ਰਾਜਪਾਲ ਹਮੇਸ਼ਾ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੀ ਸਲਾਹ 'ਤੇ ਕੰਮ ਕਰਦਾ ਹੈ। ਪੰਜਾਬ ਦੀ ਪਹਿਲੀ ਇਸਤਰੀ ਮੁੱਖ ਮੰਤਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਪਹਿਲੀ ਇਸਤਰੀ ਮੁੱਖ ਮੰਤਰੀ ਹੋਣ ਦਾ ਮਾਣ ਬੀਬੀ ਰਜਿੰਦਰ ਕੌਰ ਭੱਠਲ ਜੀ ਨੂੰ ਹਾਸਲ ਹੈ। ਪਿਆਰੇ ਵਿਦਿਆਰਥੀਓ, ਉਮੀਦ ਕਰਦਾ ਹਾਂ ਕਿ ਇਹ ਪਾਠ ਤੁਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਇਸ ਪਾਠ ਦੇ ਵਿੱਚ ਤੁਹਾਡੀ ਆਮ ਜਨਰਲ ਨੌਲੇਜ ਦੀਆਂ ਵੀ ਕਾਫੀ ਗੱਲਾਂ ਕੀਤੀਆਂ ਹਨ। ਸੋ ਪਿਆਰੇ ਵਿਦਿਆਰਥੀਓ, ਜੇ ਕੋਈ ਗੱਲ ਨਹੀਂ ਕਲੀਅਰ ਤਾਂ ਆਪਣੇ ਅਧਿਆਪਕ ਦੀ ਸਹਾਇਤਾ ਵੀ ਤੁਸੀਂ ਲੈ ਸਕਦੇ ਹੋ। ਚੰਗੀ ਤਰ੍ਹਾਂ ਇਹ ਪਾਠ ਸਿੱਖਣਾ ਹੈ। ਫਿਰ ਮਿਲਾਂਗੇ। ਧੰਨਵਾਦ।